ਜਿਹੜਾ ਇਹ ਕਿਸਾਨੀ ਇੱਕ ਜਿਹੜਾ ਸੰਘਰਸ਼ ਹੈ ਬਿਲਕੁਲ ਪੁਰਅਮਨ ਸ਼ਾਂਤਮਈ ਆ। ਇਹਦੇ ਵਿੱਚ ਹਰ ਵਰਗ ਜਿਹੜਾ ਉਹ ਹਿੱਸਾ ਲੈ ਰਿਹਾ। ਇਹ ਜਿਹੜਾ ਕਿਸਾਨ ਨਾਲ ਸੰਬੰਧਿਤ ਇਹ ਮਜ਼ਦੂਰ ਆ ਉਹ ਵੀ ਹਿੱਸਾ ਲੈ ਰਹੇ ਨੇ। ਇਹਦੇ 'ਚ ਇਕੱਲੇ ਕਿਸਾਨਾਂ ਦਾ ਨੁਕਸਾਨ ਨਹੀਂ ਹੈਗਾ, ਜਿੰਨੇ ਇਹਦੇ ਨਾਲ ਸੰਬੰਧਿਤ ਨੇ ਵਪਾਰੀ ਵੀ, ਦੂਸਰੇ ਵੀ, ਛੋਟੇ ਵਰਗ ਵੀ, ਮਜ਼ਦੂਰ ਵੀ, ਇਹ ਉਹਨਾਂ ਦਾ ਵੀ ਨੁਕਸਾਨ ਆ। ਜਿਹੜੇ ਧਾਰਮਿਕ ਸੰਸਥਾਵਾਂ ਸੀ ਉੱਥੇ ਜਾ ਕੇ ਉਹਨਾਂ ਪਬਲਿਕ ਵਾਸਤੇ ਲੰਗਰ ਲਾਇਆ ਸੀ, ਨਾ ਕਿ ਉਹਨਾਂ ਨੇ ਕਿਸੇ ਹੋਰ ਮੂਵਮੈਂਟ ਵਾਸਤੇ। ਇਸ ਕਰਕੇ ਉਹਨਾਂ ਉੱਤੇ ਹੀ ਇਹ ਪਰਚੇ ਦਰਜ ਕੀਤੇ ਗਏ ਨੇ ਤੇ ਇਹ ਸਰਕਾਰ ਦੀ ਬਹੁਤ ਹੀ ਮਾੜੀ ਕੋਸ਼ਿਸ਼ ਸੀ, ਮਾੜੀ ਕਾਰਵਾਈ ਹੈ। ਇਹਨੂੰ ਜਿੰਨਾ ਵੀ ਨਿੰਦਿਆ ਜਾਵੇ ਉਹਨਾਂ ਹੀ ਮਾੜਾ ਆ। ਉੱਥੇ ਕੋਈ ਇੱਦਾਂ ਦੀ ਅੱਤਵਾਦੀ ਜਾਂ ਇੱਦਾਂ ਦੀ ਕੋਈ ਕਾਰਵਾਈ ਨਹੀਂ ਸੀ ਹੈਗੀ। ਇਹ ਪੁਰਅਮਨ ਉਹਨਾਂ ਦਾ ਸੰਘਰਸ਼ ਆ ਤੇ ਪੁਰਅਮਨ ਉਹ ਸੰਘਰਸ਼ ਲੜ ਰਹੀ ਸੀ। ਸਰਕਾਰ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਸੰਘਰਸ਼ ਨੂੰ ਕਈ ਤਰ੍ਹਾਂ ਦੇ ਰੰਗਤ ਦੇਣ ਵਾਸਤੇ, ਪਰ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ। ਅਸਲ ਵਿੱਚ ਜਦੋਂ ਉਹ ਟਰੈਕਟਰ ਚਲਾ ਰਿਹਾ ਸੀ, ਪੁਲਿਸ ਨੂੰ ਇਉਂ ਮਹਿਸੂਸ ਹੁੰਦਾ ਹੀ ਹੋਇਆ ਕਿ ਇਹ ਟਰੈਕਟਰ ਜਿਹੜਾ ਚਲਾ ਰਿਹਾ ਤੇ ਅਸੀਂ ਪੁਲਿਸ ਦਬਾਉਣਾ ਚਾਹੁੰਦੀ ਸੀ, ਭਜਾਉਣਾ ਚਾਹੁੰਦੀ ਸੀ ਤੇ ਉਹ ਟਰੈਕਟਰ ਚਲਾ ਰਿਹਾ ਸੀ। ਪੁਲਿਸ ਨੇ ਇਹ ਸੋਚ ਕੇ ਕਿ ਇਹ ਬੰਦਾ ਟਰੈਕਟਰ ਚਲਾ ਰਿਹਾ ਤੇ ਮਗਰ ਕੋਈ ਹੋਰ ਨਾ ਚਲਾਵੇ, ਉਹਨਾਂ ਨੇ ਉਹਨੂੰ ਗੋਲੀ ਚਲਾਤੀ। ਉਹ ਗੋਲੀ ਵੱਜ ਗਈ। ਉਹ ਇੱਦਾਂ ਹੀ ਹੁੰਦਾ ਜੀ। ਅਸਲ 'ਚ ਸ਼੍ਰੋਮਣੀ ਕਮੇਟੀ ਖੁਦ ਜ਼ਿੰਮੇਵਾਰ ਹੈ। ਇਹਦੇ 'ਚ ਆਪਾਂ ਕਹੀਏ ਲੌਂਗੋਵਾਲ ਇੱਥੇ ਕੋਈ ਬੀਬੀ ਆ ਗਈ ਹੈ ਜਾਂ ਕੋਈ ਹੋਰ ਕੱਲ੍ਹ ਨੂੰ ਆ ਜਾਵੇ। ਸਵਾਲ ਇਹ, ਬੰਦੇ ਸਾਰੇ ਇੱਕੋ ਹੀ ਗਰੁੱਪ ਹੈ, ਇੱਕੋ ਹੀ ਇਹਨਾਂ ਦਾ ਬਾਦਲ ਲੀਡਰ ਹੈ, ਇੱਕੋ ਹੀ ਗਰੁੱਪ ਨੇ ਗਲਤੀਆਂ ਕੀਤੀਆਂ ਨੇ। ਉਹਨਾਂ ਤੋਂ ਕਿਸੇ ਤੋਂ ਨਿਆਂ ਦੀ ਕੋਈ ਆਸ ਨਹੀਂ ਹੈਗੀ। ਬੀਬੀ ਜੀ ਵੀ ਕਹਿ ਰਹੇ ਨੇ ਉਹਨਾਂ ਤੋਂ ਵੀ ਕੋਈ ਆਸ ਨਹੀਂ ਹੈਗੀ। ਸਵਾਲ ਅਸਲ 'ਚ ਇਹ ਆ ਕਿ ਸ਼੍ਰੋਮਣੀ ਕਮੇਟੀ 'ਚ ਬਦਲਾਵ ਆਵੇ। ਬਦਲਾਵ ਆ ਕੇ ਨਵੀਂ ਕਮੇਟੀ ਜਿਹੜੀ ਆ ਉਹ ਪੂਰੀ ਬਰੀਕੀ ਦੇ ਨਾਲ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਬਣਾ ਕੇ ਕੋਈ ਪੂਰੀ ਇੱਕ ਕਮੇਟੀ ਇੱਕ ਚੀਜ਼ ਦੀ ਨਿਖਾਰ ਲਿਆ ਕੇ ਤੇ ਚਾਹੇ ਕੋਈ ਵੀ ਹੋਵੇ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾ ਗਿਆ ਹੈ। ਖਾਸ ਤੌਰ ਤੇ ਲੋਕਤੰਤਰ ਦੀਆਂ ਚਰਚਾਵਾਂ ਹੁੰਦੀਆਂ ਨੇ ਕਿ ਭਾਰਤ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ, ਪਰ ਕਿਸ ਤਰ੍ਹਾਂ ਇੱਥੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਹੁੰਦਾ ਹੈ, ਕਿਵੇਂ ਧਰਮ ਨਿਰਪੱਖ ਦੇਸ਼ ਨੂੰ, ਧਰਮ ਨਿਰਪੱਖਤਾ ਦੀ ਅਖੰਡਤਾ ਨੂੰ ਕਿਵੇਂ ਤੋੜਿਆ ਜਾਂਦਾ ਹੈ, ਇਹ ਸਭ ਦੇ ਸਾਹਮਣੇ ਹੈ। ਸਰਕਾਰਾਂ ਵੱਲੋਂ ਅਕਸਰ ਚਾਲਾਂ ਚੱਲੀਆਂ ਜਾਂਦੀਆਂ ਨੇ। ਕਿਸਾਨੀ ਅੰਦੋਲਨ ਦੀ ਜੇ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਇਸ ਵੇਲੇ ਹਰੇਕ ਕਿਸਮ ਦੀ ਰੰਗਤ ਵੇਖਣ ਨੂੰ ਮਿਲ ਰਹੀ ਹੈ। ਧਾਰਮਿਕ ਗਲਿਆਰਿਆਂ ਦੇ ਵਿੱਚ ਵੀ ਕਿਸਾਨੀ ਅੰਦੋਲਨ ਦੀ ਜਿਹੜੀ ਚਰਚਾ ਹੈ ਉਹ ਹੋ ਰਹੀ ਹੈ, ਔਰ ਬਹੁਤ ਸਾਰੇ ਧਾਰਮਿਕ ਮੁੱਦੇ ਵੀ ਅਜਿਹੇ ਨੇ ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅਸੀਂ ਗੱਲਬਾਤ ਕਰਾਂਗੇ ਇਹਨਾਂ ਸਾਰੇ ਮਸਲਿਆਂ ਤੇ। ਸਾਡੇ ਨਾਲ ਸਿੱਖ ਆਗੂ ਮੌਜੂਦ ਨੇ, ਬਲਵੰਤ ਸਿੰਘ ਗੋਪਾਲਾ ਔਰ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਧਾਰਮਿਕ ਵਿੰਗ ਦੇ ਆਗੂ, ਤੇ ਭਾਈ ਵਸਣ ਸਿੰਘ ਨੇ ਜੋ ਸਿੱਖ ਆਗੂ ਨੇ। ਇਹਨਾਂ ਦੇ ਨਾਲ ਇਹਨਾਂ ਤਮਾਮ ਮਸਲਿਆਂ ਦੇ ਬਾਰੇ ਗੱਲਬਾਤ ਕਰਾਂਗੇ। ਅਸਲ ਵਿੱਚ ਕਿਸਾਨੀ ਦੀ ਗੱਲ ਤੇ ਸਾਨੂੰ ਪਿਛੋਕੜ 'ਚ ਜਾਣਾ ਪਏਗਾ। ਕਿਸਾਨੀ ਦਾ ਮਤਲਬ ਹੁੰਦਾ ਕਿਸਾਨ, ਕੰਮ ਕਰਨ ਵਾਲਾ, ਤੇ ਧਰਤੀ ਦਾ ਇੱਕ ਪੁੱਤ, ਧਰਤੀ ਦੇ ਉੱਤੇ ਆਪਣੀ ਜ਼ਿੰਦਗੀ, ਆਪਣਾ ਪਸੀਨਾ, ਆਪਣਾ ਖੂਨ ਵਹਾਉਣ ਵਾਲਾ। ਪੁਰਾਤਨ ਸਮਿਆਂ ਵਿੱਚ ਬਾਦਸ਼ਾਹ ਜਿਹੜਾ ਹੁੰਦਾ ਸੀ ਕਿਸੇ ਵੀ ਦੇਸ਼ ਦਾ, ਉਹ ਮਾਲਕ ਹੁੰਦਾ ਸੀ। ਤੇ ਜਿਵੇਂ ਜਿਵੇਂ ਲੋਕਤੰਤਰ ਆਇਆ ਉਹਦੇ ਨਾਲ ਇਹਨਾਂ ਵਿੱਚ ਪ੍ਰਸਥਿਤੀਆਂ 'ਚ ਬਦਲਾਅ ਆਏ। ਪਹਿਲੀ ਵਾਰ ਇਤਿਹਾਸ ਵਿੱਚ ਔਰੰਗਜ਼ੇਬ ਤੋਂ ਬਾਅਦ ਉਹਦਾ ਪੁੱਤਰ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਥਾਪੜੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਮੇਂ ਜਿਹੜੀ ਜ਼ਮੀਨ ਸੀ ਇਹ ਚੌਧਰੀਆਂ ਤੋਂ ਕਹਿ ਲਓ, ਮਾਲਕਾਂ ਵੱਡੇ ਜਿਹੜੇ ਸਨ ਉਹਨਾਂ ਦੇ ਕੋਲੋਂ ਕਹਿ ਲਓ, ਜਾਂ ਜਿਹੜੇ ਸਰਕਾਰਾਂ ਦੇ ਅਹੁਦੇਦਾਰ ਸਨ ਉਹਨਾਂ ਦੇ ਕੋਲੋਂ, ਇਹ ਲੋਕਾਂ ਨੂੰ ਜਿਹੜਾ ਵਾਹ ਰਿਹਾ ਸੀ ਉਹਨੂੰ ਹੱਕ ਦਿੱਤਾ ਗਿਆ ਸੀ। ਔਰ ਉਹਨਾਂ ਨੇ ਹੱਕ ਦੇਣ ਲੱਗਿਆਂ ਬੜਾ ਸੌਖਾ ਜਿਹਾ ਰਸਤਾ ਅਪਣਾ ਲਿਆ ਕਿ ਆਹ ਝੰਡਾ ਚੱਕੋ ਤੇ ਆਹ ਫਰਮਾਨ ਚੱਕੋ। ਜਿਹੜੇ ਪਿੰਡ 'ਚ ਜਾਣਾ ਉਸ ਜਾ ਕੇ ਪਿੰਡ ਨੂੰ ਇਕੱਠਾ ਕਰਕੇ ਕਹਿ ਦੇਣਾ ਵੀ ਜਿੰਨੀ ਜਿੰਨੀ ਜ਼ਮੀਨ ਵਾਹ ਰਹੇ ਹੋ ਉਹਦੇ ਮਾਲਕ ਤੁਸੀਂ ਹੋ, ਤੇ ਚੌਧਰੀ ਜਿਹੜਾ ਉਹ ਮਾਲਕ ਨਹੀਂ ਹੈਗਾ। ਚੌਧਰੀ ਨੂੰ ਉਹਦੇ ਉਪਜੀਵਕਾ ਵਾਸਤੇ ਪ੍ਰਬੰਧ ਕਰ ਦੇਣਾ ਜਾਂ ਉਹਨੂੰ ਕੁਝ ਜ਼ਮੀਨ ਜਾਂ ਕੁਝ ਦੇ ਦੇਣਾ, ਜੋ ਉਸ ਸਮੇਂ ਦੇ ਹਾਲਾਤ ਸੀ। ਬਸ ਇਹ ਉਹਨਾਂ ਨੇ ਇੱਕ ਕਿਸਾਨੀ ਦਾ ਤਬਦੀਲੀ ਲਿਆਂਦੀ ਸੀ ਇਸ ਦੇਸ਼ ਦੇ ਅੰਦਰ। ਉਸ ਨੂੰ ਵੇਖ ਕੇ ਫਿਰ ਮਿਸਲ ਕਾਲ ਵਿੱਚ ਇਹ ਕੰਮ ਚੱਲਿਆ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਤੇ ਦੇਸੀ ਰਾਜੇ ਜਿਹੜੇ ਸਿੱਖ ਰਾਜੇ ਇੱਧਰ ਮਾਲਵੇ ਸਨ, ਉਹਨਾਂ ਨੇ ਇਹ ਕੰਮ ਜਿਹੜਾ ਸੀ ਉਹ ਉਸ ਮੁਤਾਬਕ ਕੀਤਾ। ਬੰਦਾ ਸਿੰਘ ਬਹਾਦਰ ਦੀ ਤੁਰੀ ਆਉਂਦੀ ਲਕੀਰ ਨੂੰ ਪੱਕਾ ਕਰਤਾ। ਫਿਰ ਹੌਲੀ ਹੌਲੀ ਅੰਗਰੇਜ਼ ਆਇਆ। ਅੰਗਰੇਜ਼ ਨੇ ਇਹਨੂੰ ਹੱਦਬਸਤ ਕਰਕੇ ਲਿਖਤ ਵਿੱਚ ਲਿਆ ਕੇ ਸਾਰਾ ਕੁਝ ਕੀਤਾ। ਅੱਜ ਵੀ ਪੰਜਾਬ ਦੇ ਅੰਦਰ ਤੇ ਆ ਹੋਰ ਕੁਝ ਇੱਕ ਦੋ ਸੂਬਿਆਂ ਵਿੱਚ ਜਿਹੜੀ ਜ਼ਮੀਨ ਹੈ ਉਹ ਜਿਹਨੂੰ ਮਿਣਤੀ 'ਚ ਲਿਆਂਦੀ ਆ, ਛੋਟੇ ਕਿੱਲੇ 5 ਕਨਾਲਾਂ ਵਾਲੇ ਕੱਟ ਕੇ ਤੇ 8 ਕਨਾਲਾਂ ਦੇ ਕਿੱਲੇ ਕੀਤੇ ਗਏ ਆ, ਤੇ ਸਿੱਧੇ ਲਕੀਰਾਂ ਖਿੱਚ ਕੇ ਰਾਹ ਛੱਡ ਕੇ ਹਰ ਚੀਜ਼ ਦੀ ਜਿਹੜੀ ਹੈ ਇਹ ਪ੍ਰਤਾਪ ਸਿੰਘ ਕੈਰੋਂ ਵੇਲੇ ਇਹ ਜਿਹੜੀ ਸਿਸਟਮ ਜਿਹੜਾ ਹੈ ਇਹ ਬਣਾਇਆ ਗਿਆ।
ਹੁਣ ਆ ਗਈ ਕਿਰਸਾਨੀ ਦੀ ਗੱਲ। ਕਿਰਸਾਨੀ ਨੇ ਹਿੰਮਤ ਕੀਤੀ ਹੈ ਤੇ 47 ਦੇ ਵਿੱਚ ਜਿਹੜੀ ਵੰਡ ਹੋਈ ਉਸ ਵਿੱਚ ਜਿਹੜਾ ਪੰਜਾਬ ਦਾ ਕਿਸਾਨ ਸਿੱਖੀ ਨਾਲ ਸੰਬੰਧਿਤ ਸੀ, ਜਿਸ ਦੇ ਕਾਰਨ ਬਹੁਤ ਵੱਡਾ ਹਿੱਸਾ ਜਿਹੜਾ ਸੀ ਉਹ ਅਟਾਰੀ ਬਾਰਡਰ ਤੱਕ ਜਿਹੜਾ ਸੀ ਉਹ ਇੰਡੀਆ 'ਚ ਰਿਹਾ। ਜੇ ਸਿੱਖ ਕਿਸਾਨ ਜਾਂ ਸਿੱਖ ਇੱਥੇ ਨਾ ਇਹੋ ਜਿਹਾ ਕਰਦੇ ਤਾਂ ਇਹ ਗਿਣਤੀ ਜਿਹੜੀ ਸੀ ਇਹ ਜਮਨਾ ਨਦੀ 'ਤੇ ਉਹ ਲਿਜਾਣਾ ਚਾਹੁੰਦੇ ਸਨ। ਭਾਈ ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦਾ ਇਸ ਆਸਾਨ ਨੂੰ ਭੁਲਾਇਆ ਨਾ ਜਾਂਦਾ। ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਕੁੱਟਾਂ ਖਾਧੀਆਂ, ਇਹ ਕਿਹਾ ਵੀ ਅਸੀਂ ਇਸ ਪਾਸੇ ਵੱਲ ਰਹਿਣਾ ਹੈ, ਇਹ ਸਾਡਾ ਮਤਲਬ ਹੱਕ ਹੈ। ਜਾਂ ਇਸੇ ਤਰ੍ਹਾਂ ਕਸ਼ਮੀਰ ਵੀ ਅੱਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਜਰਨੈਲ ਸੀ ਗੁਲਾਬ ਸਿੰਘ, ਉਹਦੇ ਪਰਿਵਾਰ ਨੂੰ ਦਿੱਤਾ ਗਿਆ ਸੀ ਬਾਅਦ ਵਿੱਚ। ਤੇ ਉਹ ਸਾਰਾ ਕੁਝ ਜਿਹੜਾ ਸੀ ਇੰਡੀਆ ਵਿੱਚ ਰਿਹਾ। ਸਿੱਖਾਂ ਦੇ ਇਸ ਆਸਾਨ ਨੂੰ ਉਹਨਾਂ ਨੇ ਭੁਲਾ ਦਿੱਤਾ ਤੇ ਇਹ ਜਿਸ ਦੀਆਂ ਇਹ ਸਮੱਸਿਆਵਾਂ ਦੀ ਇਹ ਜੜ ਜਿਹੜੀ ਹੈ ਲਗਾਤਾਰ ਤੁਰੀ ਆ ਰਹੀ ਆ। ਹੁਣ ਕਿਸਾਨੀ ਵਾਸਤੇ ਕਿਸਾਨ ਨੇ 6 ਮਹੀਨੇ ਤੋਂ ਲੜਾਈ ਲੜੀ ਆ। ਗਲਤੀ ਕਿਸ ਦੀ ਹੈ? ਗਲਤੀ ਇਹ ਹੈ ਕਿ ਜਦੋਂ ਕਰੋਨਾ ਦੀ ਸਮੱਸਿਆ ਹੈ ਤੇ ਉਸ ਸਮੇਂ ਕਾਨੂੰਨ ਕਿਉਂ ਪਾਸ ਕੀਤੇ ਗਏ? ਬੇਈਮਾਨੀ ਇਹ ਸੀ ਕਿ ਕਰੋਨਾ ਦਾ ਡਰ ਵਿਖਾ ਕੇ ਅਸੀਂ ਕੇਸ ਪਾਰਲੀਮੈਂਟ ਵਿੱਚ ਆਪਣਾ ਪਾਸ ਕਰਕੇ ਤੇ ਕਹਿ ਦਿਆਂਗੇ ਕਿ ਇਹ ਕੋਈ ਬੰਦਾ ਕਰ ਨਹੀਂ ਸਕਦਾ, ਮੂਵਮੈਂਟ ਨਹੀਂ ਕਰ ਸਕਦਾ, ਲੋਕ ਨਹੀਂ ਇਕੱਠੇ ਕਰ ਸਕਦਾ, ਜੇ ਸਮੱਸਿਆ ਉਹ ਸਮੱਸਿਆ। ਪਰ ਪੰਜਾਬ ਦੇ ਕਿਸਾਨਾਂ ਨੇ ਆਪਣੀ ਵੇਖਿਆ ਕਿ ਸਾਡੀ ਜ਼ਮੀਨ ਹੀ ਜਾ ਰਹੀ ਹੈ, ਅਸੀਂ ਮਰ ਹੀ ਜਾਣਾ ਹੈ ਤੇ ਜੇ ਇਸ ਤਰ੍ਹਾਂ ਮਰਨਾ ਇਹਦੇ ਨਾਲ ਕਰੋਨਾ ਨਾ ਮਰੇ ਵੀ ਚੰਗੇ ਆ। ਤੋ ਦੇਖੋ ਘਰਾਂ ਤੋਂ ਨਿਕਲ ਕੇ ਲੋਕ, ਬਜ਼ੁਰਗ ਜਿਨ੍ਹਾਂ ਨੂੰ ਜ਼ਿਆਦਾ ਸਮੱਸਿਆ ਸੀ, ਛੋਟੇ ਬੱਚੇ, ਬੀਬੀਆਂ, ਨੌਜਵਾਨ, ਮਤਲਬ ਕਿ ਇਸ ਤਰ੍ਹਾਂ ਇਕੱਠਾਂ ਵਿੱਚ ਸ਼ਾਮਲ ਹੋਏ ਕਿ ਉਹਨਾਂ ਸੋਚਿਆ ਵੀ ਮੌਤ ਰੋਜ਼ ਨਾਲੋਂ ਮਰਨ ਨਾਲੋਂ ਮਰ ਕੇ ਗੁਲਾਮੀ ਦੀ ਜ਼ਿੰਦਗੀ ਜਿਉਣ ਨਾਲੋਂ ਮਰੇ ਚੰਗੇ ਆ। ਤੇ ਉਹ ਕਰੋਨਾ ਵਿੱਚ ਵੀ ਨਿਕਲ ਕੇ ਲੱਖਾਂ ਹਜ਼ਾਰਾਂ ਦੀ ਤਾਦਾਦਾਂ 'ਚ ਇਕੱਠੇ ਹੋ ਗਏ। ਇੱਥੇ ਮੈਂ ਖਾਸ ਤੌਰ ਤੇ ਨੌਜਵਾਨ ਰਣਜੀਤ ਸਿੰਘ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗੀ। ਲੰਘੇ ਦਿਨੀ ਸਿੰਘੂ ਬਾਰਡਰ ਤੇ ਜੋ ਹਾਲਾਤ ਬਣੇ, ਪਥਰਾਵਬਾਜ਼ੀ ਕੀਤੀ ਗਈ, ਇਹ ਕਿਹਾ ਗਿਆ ਕਥਿਤ ਕਿ ਜਿਹੜੇ ਉੱਥੇ ਦੇ ਬਛਿੰਦੇ ਨੇ ਉਹ ਕਿਸਾਨਾਂ ਨੂੰ ਭਜਾਉਣ ਦੇ ਲਈ ਉੱਥੇ ਆਏ ਨੇ, ਪੱਥਰਬਾਜ਼ੀ ਕਰ ਰਹੇ ਨੇ, ਕਿਸਾਨਾਂ ਦਾ ਵਿਰੋਧ ਕਰ ਰਹੇ ਨੇ। ਪਰ ਇਸ ਪੱਥਰਬਾਜ਼ੀ ਤੋਂ ਉੱਥੇ ਬੀਬੀਆਂ ਭੈਣਾਂ ਵੀ ਬੈਠੀਆਂ ਸਨ, ਉਹਨਾਂ ਨੂੰ ਬਚਾਉਣ ਦੇ ਲਈ ਨੌਜਵਾਨ ਜਿਹੜਾ ਗੁਰਸਿੱਖ ਨੌਜਵਾਨ ਰਣਜੀਤ ਸਿੰਘ ਹੈ ਉਹ ਅੱਗੇ ਜਾਂਦਾ ਹੈ ਔਰ ਤਲਵਾਰ ਦੇ ਨਾਲ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਬਦਲੇ ਦੇ ਵਿੱਚ ਦਿੱਲੀ ਪੁਲਿਸ ਉਸ ਦੇ ਨਾਲ ਉਸ ਤੇ ਤਸ਼ੱਦਦ ਢਾਉਂਦੀ ਹੈ, ਉਸ ਦੇ ਕੇਸਾਂ ਦੀ ਬੇਅਦਬੀ ਕਰਦੀ ਹੈ, ਬੁਰੀ ਤਰ੍ਹਾਂ ਉਸ ਨੂੰ ਘਸੀਟਿਆ ਜਾਂਦਾ ਹੈ, ਉਸ ਦੇ ਕਕਾਰ ਜਿਹੜੇ ਨੇ ਉਹ ਵੀ ਲਾ ਦਿੱਤੇ ਜਾਂਦੇ ਨੇ। ਇਸ ਘਟਨਾ ਤੋਂ ਬਾਅਦ ਕਿਸੇ ਸਿੱਖ ਜਥੇਬੰਦੀ ਦੀ ਕੋਈ ਸਟੇਟਮੈਂਟ ਸਾਹਮਣੇ ਨਹੀਂ ਆਈ ਸਪਸ਼ਟ ਤੌਰ ਤੇ। ਬੇਨਤੀ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਇਹ ਘਟਨਾ ਬਾਰੇ ਤੁਸੀਂ ਜੋ ਕਿਹਾ, ਜ਼ਿਕਰ ਕੀਤਾ, ਵਾਕਈ ਬਹੁਤ ਦੁਖਦਾਈ ਤੇ ਬਹੁਤ ਮਾੜੀ ਹੈ। ਸਿੱਖਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਪਰ ਕੀ ਹੁੰਦਾ ਹੈ ਕਿ ਇੱਕ ਵੱਡੀ ਆਵਾਜ਼ ਕਿਸਾਨੀ ਦੀ ਚੱਲ ਰਹੀ ਹੈ, ਨਿੱਕੀਆਂ ਆਵਾਜ਼ਾਂ ਉਹਦੇ ਵਿੱਚ ਕਈ ਵਾਰੀ ਮੱਧਮ ਪੈ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਇਹ ਘਟਨਾ। ਦੂਜੀ ਗੱਲ ਹੈ ਕਿ ਜਿਹੜਾ ਰਣਜੀਤ ਸਿੰਘ ਤੇ ਜਾਂ ਹੋਰ ਉੱਥੇ ਕੀਤਾ, ਇਹ ਸਰਕਾਰ ਕਿਸਾਨਾਂ ਨੂੰ ਇੱਕ ਜਿਵੇਂ ਕਹਿ ਦਈਏ ਨਾ ਪ੍ਰਕੋਪ 'ਚ ਲਿਆਉਣਾ ਚਾਹੁੰਦੀ ਸੀ ਵੀ ਇਹ ਕਿਸ ਤਰ੍ਹਾਂ ਇਹੋ ਜਿਹੀਆਂ ਘਟਨਾਵਾਂ ਇੱਕ ਦੋ ਵਾਪਰਨ, ਲੋਕ ਬੇਮੁਹਾਰਾ ਹੋ ਕੇ ਗੱਲ ਪੈਣ, ਪੁਲਿਸ ਦੇ ਪੈਣ, ਲੋਕਾਂ ਦੇ ਪੈਣ, ਜਿਹੜੇ 100 50 ਬੰਦੇ ਹੀ ਆਏ ਆ, ਜ਼ਿਆਦਾ ਤੋਂ ਬਹੁਤ ਪਬਲਿਕ ਤਾਂ ਆਈ ਨਹੀਂ ਕੋਈ, ਵੀ ਉਹਨਾਂ ਨੂੰ ਮਾਰਨ ਕੁੱਟਣਗੇ, ਉਹਨਾਂ ਦੇ ਸੱਟਾਂ ਵੱਜਣਗੀਆਂ, ਅਸੀਂ ਇਸ ਨੂੰ ਹੋਰ ਰੂਪ 'ਚ ਲੈ ਕੇ ਤੇ ਇਹਨੂੰ ਸਮਾਪਤ ਕਰਨ ਵੱਲ ਜਾਵਾਂਗੇ। ਪਰ ਕਿਸਾਨਾਂ ਨੇ ਬੜੀ ਸ਼ਾਂਤੀ ਰੱਖੀ ਹੈ। ਕੁੱਟ ਪਈ ਉਸ ਨੂੰ, ਠੀਕ ਹੈ, ਬਹੁਤ ਮਾੜਾ ਹੋਇਆ, ਦੁੱਖ ਹੋਇਆ, ਸਾਰਾ ਕੁਝ ਆਇਆ, ਉਹਦਾ ਇਲਾਜ ਦੇ ਜਾਂ ਹੋਰ ਸਿਸਟਮ ਜਿਹੜੇ ਉਹ ਅਪਣਾਏ ਜਾ ਸਕਦੇ ਆ, ਅਪਣਾਏ ਆ ਸਿੱਖਾਂ ਨੇ ਤੇ ਅਪਣਾ ਰਹੇ ਆ। ਪਰ ਪ੍ਰਕੋਪ ਨਹੀਂ ਹੋਏ। ਸਰਕਾਰ ਦੀ ਜਿਹੜੀ ਇਹ ਇੱਕ ਮਾੜੀ ਨੀਤੀ ਸੀ, ਉਸ ਨੂੰ ਜਿਹੜਾ ਕਿਸਾਨ ਹੈ ਉਹ ਸਿਆਣਾ ਹੋ ਗਿਆ ਜਾਂ ਲੋਕ ਵੀ ਸਿਆਣੇ ਹੋ ਗਏ, ਉਹ ਸਮਝ ਗਏ ਆ ਕਿ ਅਸੀਂ ਪ੍ਰਕੋਪ ਨਹੀਂ ਕਰਨਾ ਤੇ ਸਰਕਾਰ ਨੂੰ ਹੀ ਇਹਦੇ ਵਿੱਚ ਜਿਹੜਾ ਕਰਦੀ ਹੈ ਉਹ ਗਲਤੀਆਂ ਕਰਨ ਦਿਓ। ਨਵਰੀਤ ਦਾ ਵੀ ਮੈਂ ਜ਼ਿਕਰ ਕਰਨਾ ਚਾਹੂੰਗੀ। ਉਹੀ ਨਵਰੀਤ ਸਿੰਘ ਜੋ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਦੌਰਾਨ ਇਹ ਕਿਹਾ ਜਾਂਦਾ ਕਿ ਉਸ ਨੂੰ ਗੋਲੀ ਲੱਗੀ ਆ, ਪਰ ਦਿੱਲੀ ਪੁਲਿਸ ਜਿਹੜੀ ਆ ਇਸ ਗੱਲ ਤੋਂ ਦਰਕਿਨਾਰਾ ਕਰਦੀ ਆ। ਉਹ ਕਹਿੰਦੀ ਆ ਕਿ ਟਰੈਕਟਰ ਤੇ ਸਟੰਟ ਜਿਹੜਾ ਹੈ ਨਵਰੀਤ ਉਹ ਵਿਖਾ ਰਿਹਾ ਸੀ। ਤੁਸੀਂ ਉਸ ਦੇ ਪਰਿਵਾਰ ਨਾਲ ਲਗਾਤਾਰ ਬਣੇ ਹੋਏ ਹੋ, ਇਸ ਲਈ ਮੈਂ ਤੁਹਾਡੇ ਤੋਂ ਜਾਣਨਾ ਚਾਹਨੀ ਆ ਕੀ ਸੀ ਉਹ ਘਟਨਾਕ੍ਰਮ, ਕਿ ਵਾਕਈ ਉਸ ਦੇ ਗੋਲੀ ਲੱਗੀ ਸੀ ਜਿਸ ਤੋਂ ਦਿੱਲੀ ਪੁਲਿਸ ਦਰਕਿਨਾਰ ਹੋ ਰਹੀ ਹੈ। ਅਸਲ ਵਿੱਚ ਜਦੋਂ ਉਹ ਟਰੈਕਟਰ ਚਲਾ ਰਿਹਾ ਸੀ, ਪੁਲਿਸ ਨੂੰ ਇਉਂ ਮਹਿਸੂਸ ਹੁੰਦਾ ਸੀ ਹੋਇਆ ਕਿ ਇਹ ਟਰੈਕਟਰ ਜਿਹੜਾ ਚਲਾ ਰਿਹਾ ਤੇ ਅਸੀਂ ਪੁਲਿਸ ਦਬਾਉਣਾ ਚਾਹੁੰਦੀ ਸੀ, ਭਜਾਉਣਾ ਚਾਹੁੰਦੀ ਸੀ ਤੇ ਉਹ ਟਰੈਕਟਰ ਚਲਾ ਰਿਹਾ ਸੀ। ਪੁਲਿਸ ਨੇ ਇਹ ਸੋਚ ਕੇ ਕਿ ਇਹ ਬੰਦਾ ਟਰੈਕਟਰ ਚਲਾ ਰਿਹਾ ਤੇ ਮਗਰ ਕੋਈ ਹੋਰ ਨਾ ਚਲਾਵੇ, ਉਹਨਾਂ ਨੇ ਉਹਨੂੰ ਗੋਲੀ ਚਲਾਤੀ। ਉਹ ਗੋਲੀ ਵੱਜ ਗਈ। ਗੋਲੀ ਵੱਜਣ ਦੇ ਨਾਲ ਇੱਕੇ ਵਾਰੀ ਉਹਦਾ ਸਰੀਰ ਉਹ ਹੋਣਾ ਹੀ ਸੀ, ਬੇਕਾਬੂ ਹੋਣਾ ਸੀ, ਟਰੈਕਟਰ ਵੀ ਬੇਕਾਬੂ ਹੋ ਗਿਆ। ਇਹ ਸਾਰੀ ਘਟਨਾ ਜਿਹੜੀ ਹੋਈ ਗੋਲੀ ਦੇ ਨਾਲ ਹੈ ਤੇ ਇਹ ਸਰਕਾਰ ਨੇ ਗੋਲੀ ਇਸ ਕਰਕੇ ਪੁਲਿਸ ਨੇ ਚਲਾਈ ਸੀ ਕਿ ਇਹਨੂੰ ਵੇਖ ਕੇ ਹੋਰ ਨਾ ਕਰਨ, ਜਾਂ ਇਹ ਕਹਿ ਲਓ ਕਿ ਉਹਨਾਂ ਨੇ ਡਰ ਪਾਉਣ ਵਾਸਤੇ।
ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਮੈਂ, ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਹੋ ਔਰ ਖਾਸ ਤੌਰ ਤੇ ਇਹ ਗੱਲਾਂ ਹੋ ਰਹੀਆਂ ਸੀ ਕਿ ਐਸਜੀਪੀਸੀ ਦੇ ਇਲੈਕਸ਼ਨ ਹੋਣਗੇ, ਜਿਸ ਤਰ੍ਹਾਂ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਸੀ, ਕਿਹਾ ਜਾ ਰਿਹਾ ਸੀ ਕਿ ਬਾਦਲ ਪਰਿਵਾਰ ਦਾ ਕਬਜ਼ਾ ਹੈ ਐਸਜੀਪੀਸੀ ਤੇ ਉਸ ਨੂੰ ਛਡਾਉਣ ਦੇ ਲਈ ਜਿਹੜੀਆਂ ਪੰਥਕ ਧਿਰਾਂ ਨੇ ਇਕੱਠੀਆਂ ਹੋਈਆਂ ਨੇ, ਐਸਜੀਪੀਸੀ ਦੀਆਂ ਚੋਣਾਂ ਲੜਨਗੀਆਂ। ਕਿਤੇ ਨਾ ਕਿਤੇ ਐਸਜੀਪੀਸੀ ਚੋਣਾਂ ਦਾ ਜਿਹੜਾ ਮਾਮਲਾ ਹੈ ਵੀ ਠੰਡਾ ਪੈ ਗਿਆ। ਹੁਣ ਕੀ ਲੱਗਦਾ ਹੈ ਤੁਹਾਨੂੰ ਅੱਗੇ ਐਸਜੀਪੀਸੀ ਚੋਣਾਂ ਨੂੰ ਲੈ ਕੇ? ਇਹ ਦੇਖੋ, ਇਸ ਵੇਲੇ ਜਿਹੜਾ ਮੇਨ ਮੁੱਦਾ ਹੈ ਉਹ ਕਿਸਾਨੀ ਦਾ ਆ, ਤੇ ਕਿਸਾਨੀ ਦੇ ਸੰਘਰਸ਼ ਕਰਕੇ ਜਿਹੜੀਆਂ ਬਾਕੀ ਸਾਰੀਆਂ ਗੱਲਾਂ ਨੇ ਉਹ ਇਸ ਵੇਲੇ ਬੰਦ ਪਈਆਂ ਨੇ। ਜਿਹੜਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਗੱਲ ਆ, ਉਹ ਜਿਹੜਾ ਹੈਗਾ ਨਿਯੁਕਤ ਕੀਤਾ ਗਿਆ ਚੋਣ ਕਮਿਸ਼ਨਰ, ਪਰ ਅਜੇ ਉਹਨੇ ਕਾਰਵਾਈ ਕੋਈ ਆਰੰਭ ਨਹੀਂ ਕੀਤੀ। ਇਸ ਕਰਕੇ ਜੀ ਉਹਦੇ ਬਾਰੇ ਕੁਝ ਵੀ ਕਹਿ ਨਹੀਂ ਜਾ ਸਕਦਾ। ਜੇ ਅੱਜ ਸ਼੍ਰੋਮਣੀ ਕਮੇਟੀ ਇਲੈਕਸ਼ਨ ਹੋਵੇ ਤੇ ਬਾਦਲ ਪਰਿਵਾਰ ਨੂੰ ਇੱਥੋਂ ਲਾਂਭੇ ਕੀਤਾ ਜਾ ਸਕਦਾ, ਜਿਹੜਾ ਕਿ ਬੜੇ ਅਰਸੇ ਤੋਂ ਇੱਥੇ ਕਾਬਜ਼ ਹੋ ਕੇ ਬੈਠਾ ਆ। ਅੱਜ ਲੋੜ ਆ ਇਸ ਮਤਲਬ ਜਿਹੜੀ ਧਾਰਮਿਕ ਸਾਡੀ ਸੰਸਥਾ ਹੈ, ਸਰਵਉੱਚ ਸੰਸਥਾ ਆ, ਇਹਨੂੰ ਆਜ਼ਾਦ ਕਰਾਉਣ ਵਾਸਤੇ। ਦੂਜੀ ਗੱਲ ਹੈ ਜਿਹੜੀ ਕਿਸਾਨੀ ਦੀ ਗੱਲ ਆ, ਇਹ ਜਿਹੜੀ ਸਰਕਾਰ ਹੈ ਇੱਕ ਡੈਮੋਕ੍ਰੈਟਿਕ ਹੈ, ਲੋਕਾਂ ਨੇ ਵੋਟਾਂ ਲੈ ਕੇ ਚੁਣੀ ਆ। ਜਿਹੜਾ ਕਹਿੰਦੇ ਕਿਸਾਨੀ ਵਾਸਤੇ ਕਾਨੂੰਨ ਬਣਾਇਆ ਜੋ ਕਿਸਾਨਾਂ ਦੇ ਹੱਕ 'ਚ ਨਹੀਂ ਹੈਗਾ, ਕਿਸਾਨ ਉਹਨੂੰ ਪਸੰਦ ਹੀ ਨਹੀਂ ਕਰਦੇ, ਤੇ ਸਰਕਾਰ ਨੂੰ ਚਾਹੀਦਾ ਕਾਨੂੰਨ ਰੱਦ ਕਰ ਦੇਣਾ ਚਾਹੀਦਾ ਆ। ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ, ਲੋਕਾਂ ਦੀ ਰਾਏ ਲੈ ਕੇ, ਪਬਲਿਕ ਦੀ ਰਾਏ ਲੈ ਕੇ ਫਿਰ ਹੀ ਕਾਨੂੰਨ ਇਹ ਬਣਾਉਣਾ ਚਾਹੀਦਾ, ਫਿਰ ਕਾਨੂੰਨ ਲਾਗੂ ਕਰਨਾ ਚਾਹੀਦਾ ਆ। ਸਰਕਾਰ ਨੂੰ ਵਜੇਦਨ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਜਿਹੜੇ ਉਹ ਬੱਚੇ ਮਰਵਾ ਰਹੀ ਹੈ, ਲੋਕਾਂ ਤਸੱਦਦ ਕਰ ਰਹੀ ਹੈ, ਅਤ ਨਿੰਦਣਯੋਗ ਕਾਰਵਾਈ ਜੋ ਕਿ ਸਰਕਾਰ ਨੇ ਪਿਛਲੇ ਸਮੇਂ 'ਚ ਕੀਤਾ ਹੈ, ਅਤ ਨਿੰਦਣਯੋਗ ਕਾਰਵਾਈ ਹੈ। ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਆ। ਕਿਸਾਨੀ ਸੰਘਰਸ਼ ਨੂੰ ਜਿਹੜੀ ਧਾਰਮਿਕ ਰੰਗਤ ਆ ਉਹ ਵੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ। ਇਹ ਵੀ ਇਲਜ਼ਾਮਬਾਜ਼ੀ ਮੜੀ ਗਈ ਆ ਕਿ ਕਿਸਾਨੀ ਸੰਘਰਸ਼ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਆ। ਖਾਲਿਸਤਾਨ ਨੂੰ ਸਮਰਥਨ ਕਰਨ ਵਾਲੇ ਲੋਕ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਫੰਡ ਦੇ ਰਹੇ ਨੇ, ਭੜਕਾ ਰਹੇ ਨੇ, ਭੜਕਾਊ ਬਿਆਨਬਾਜ਼ੀਆਂ ਕਰ ਰਹੇ ਨੇ। ਐਨਆਈਏ ਦੇ ਨੋਟਿਸ ਵੀ ਧਾਰਮਿਕ ਆਗੂਆਂ ਨੂੰ ਭੇਜੇ ਗਏ ਨੇ, ਮੀਡੀਆ ਕਰਮੀਆਂ ਨੂੰ ਵੀ ਨੋਟਿਸ ਭੇਜੇ ਗਏ ਨੇ ਜਿਨ੍ਹਾਂ ਨੇ ਇਹ ਅੰਦੋਲਨ ਕਵਰ ਕੀਤਾ ਹੈ। ਤੇ ਇਸ ਕਾਰਵਾਈ ਨੂੰ ਤੁਸੀਂ ਕੀ ਮੰਨਦੇ ਹੋ, ਕਿਵੇਂ ਦੇਖਦੇ ਹੋ? ਦੇਖੋ, ਇਹ ਕਿਸਾਨੀ ਇੱਕ ਜਿਹੜਾ ਸੰਘਰਸ਼ ਹੈ ਬਿਲਕੁਲ ਪੁਰਅਮਨ ਸ਼ਾਂਤਮਈ ਆ। ਇਹਦੇ ਵਿੱਚ ਹਰ ਵਰਗ ਜਿਹੜਾ ਉਹ ਹਿੱਸਾ ਲੈ ਰਿਹਾ। ਇਹ ਜਿਹੜਾ ਕਿਸਾਨ ਨਾਲ ਸੰਬੰਧਿਤ ਇਹ ਮਜ਼ਦੂਰ ਆ ਉਹ ਵੀ ਹਿੱਸਾ ਲੈ ਰਹੇ ਨੇ। ਇਹਦੇ ਇਕੱਲੇ ਕਿਸਾਨਾਂ ਦਾ ਨੁਕਸਾਨ ਨਹੀਂ ਹੈਗਾ, ਜਿੰਨੇ ਇਹਦੇ ਨਾਲ ਸੰਬੰਧਿਤ ਨੇ ਵਪਾਰੀ ਵੀ, ਦੂਸਰੇ ਵੀ, ਛੋਟੇ ਵਰਗ ਵੀ, ਮਜ਼ਦੂਰ ਵੀ, ਇਹ ਉਹਨਾਂ ਦਾ ਵੀ ਨੁਕਸਾਨ ਆ। ਜਿਹੜੇ ਧਾਰਮਿਕ ਸੰਸਥਾਵਾਂ ਸੀ ਉੱਥੇ ਜਾ ਕੇ ਉਹਨਾਂ ਪਬਲਿਕ ਵਾਸਤੇ ਲੰਗਰ ਲਾਇਆ ਸੀ, ਨਾ ਕਿ ਉਹਨਾਂ ਨੇ ਕਿਸੇ ਹੋਰ ਮੂਵਮੈਂਟ ਵਾਸਤੇ। ਇਸ ਕਰਕੇ ਉਹਨਾਂ ਉੱਤੇ ਹੀ ਇਹ ਪਰਚੇ ਦਰਜ ਕੀਤੇ ਗਏ ਨੇ, ਤੇ ਇਹ ਸਰਕਾਰ ਦੀ ਬਹੁਤ ਹੀ ਮਾੜੀ ਕੋਸ਼ਿਸ਼ ਸੀ, ਮਾੜੀ ਕਾਰਵਾਈ ਆ। ਇਹਨੂੰ ਜਿੰਨਾ ਵੀ ਨਿੰਦਿਆ ਜਾਵੇ ਓਨਾ ਹੀ ਮਾੜਾ ਆ। ਉੱਥੇ ਕੋਈ ਇਦਾਂ ਦੀ ਅੱਤਵਾਦੀ ਜਾਂ ਇਦਾਂ ਦੀ ਕੋਈ ਕਾਰਵਾਈ ਨਹੀਂ ਸੀ ਹੈਗੀ। ਇਹ ਪੁਰਅਮਨ ਉਹਨਾਂ ਦਾ ਸੰਘਰਸ਼ ਆ, ਤੇ ਪੁਰਅਮਨ ਉਹ ਸੰਘਰਸ਼ ਲੜ ਰਹੀ ਸੀ। ਸਰਕਾਰ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਇਸ ਸੰਘਰਸ਼ ਨੂੰ ਕਈ ਤਰ੍ਹਾਂ ਦੇ ਰੰਗਤ ਦੇਣ ਵਾਸਤੇ, ਪਰ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ। ਉਹ ਜਿਹਨਾਂ ਲੰਗਰ ਲਾਏ ਸੀ, ਸੇਵਾ ਕਰ ਰਹੇ ਸੀਗੇ, ਇਹ ਉਹਨਾਂ ਉੱਤੇ ਹੀ ਉਹ ਜਿਹੜੀਆਂ ਐਨਆਈਏ ਨੇ ਕੱਢੇ ਸੀਗੇ ਪੇਪਰ, ਉਹ ਉਹਨਾਂ ਨੇ ਗਲਤ ਕੱਢੇ ਆ, ਸਾਰੇ ਕਾਰਵਾਈ ਗਲਤ ਆ। ਉਹ ਇੱਕ ਵਾਰ ਮੈਂ 328 ਪਾਵਨ ਸਰੂਪਾਂ ਦੇ ਮਾਮਲੇ ਬਾਰੇ ਗੱਲਬਾਤ ਜ਼ਰੂਰ ਕਰਨਾ ਚਾਹੂੰਗੀ। ਹਾਲਾਂਕਿ ਮਸਲਾ ਪੁਰਾਣਾ ਹੈ ਪਰ ਭੁੱਲਣਯੋਗ ਨਹੀਂ ਹੈ, ਗੰਭੀਰ ਮਸਲਾ ਹੈ, ਸਿੱਖ ਪੰਥ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਹਾਲਾਂਕਿ ਕਿਸਾਨੀ ਅੰਦੋਲਨ ਦੀ ਆਵਾਜ਼ ਦੇ ਪਿੱਛੇ ਸਾਰੀਆਂ ਆਵਾਜ਼ਾਂ ਜਿਹੜੀਆਂ ਨੇ ਦੱਬੀਆਂ ਹੋਈਆਂ ਨੇ ਹਾਲੇ, ਪਰ ਪਾਵਨ ਸਰੂਪਾਂ ਦਾ ਮਾਮਲੇ 'ਚ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜੋ ਸਵਾਲਾਂ ਦੇ ਘੇਰੇ ਵਿੱਚ ਖੜੇ ਹੋਏ ਲੋਕ ਨੇ ਉਹਨਾਂ ਨੂੰ ਜ਼ਰੂਰ ਫਾਇਦਾ ਮਿਲਿਆ ਕਿਸਾਨੀ ਅੰਦੋਲਨ ਤੋਂ, ਕਿ ਉਹਨਾਂ ਦੇ ਵਿਰੋਧ ਦੇ ਵਿੱਚ ਉੱਠ ਰਹੀ ਆਵਾਜ਼ ਕਿਤੇ ਨਾ ਕਿਤੇ ਸ਼ਾਂਤ ਹੋ ਗਈ ਹੈ। ਇਹ ਇਸ ਤਰ੍ਹਾਂ ਜੀ ਕਈ ਵਾਰੀ ਸ਼ਾਂਤ ਨਹੀਂ ਹੋਈ, ਸ਼ਾਂਤ ਕੀਤੀ ਗਈ ਆ। ਅਸੀਂ ਇਹ ਸੋਚਦੇ ਹਾਂ ਕਿ ਦੋ ਫਰੰਟਾਂ 'ਤੇ ਲੜਾਈ ਲੜਨੀ ਬੜੀ ਔਖੀ ਹੈ। ਬੇਸਿਕਲੀ ਜਿਹੜੇ ਸਾਡੇ ਧਾਰਮਿਕ ਲੋਕ ਨੇ ਉਹ ਜ਼ਿਆਦਾ ਕਿਸਾਨੀ ਵਿੱਚੋਂ ਹੀ ਹੈ। ਕਿਸਾਨੀ ਸਾਡਾ ਬੇਸ ਹੈ, ਅਸੀਂ ਕਿਸਾਨਾਂ ਦੇ ਬੱਚੇ ਹਾਂ। ਸਾਡੀਆਂ ਆਪਣੀਆਂ ਵੀ ਜ਼ਮੀਨ ਜਾਇਦਾਦਾਂ ਤੋਂ ਹੀ ਸਾਨੂੰ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਸਾਡਾ, ਤੇ ਬਾਕੀ ਵੀ ਅਸੀਂ ਸਾਰਾ ਪਰਿਵਾਰ, ਰਿਸ਼ਤੇਦਾਰ, ਸਭ ਕੁਝ ਇਸ ਤਰ੍ਹਾਂ। ਸਾਡੇ ਬੰਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਟਰਾਲੀਆਂ ਲੈ ਕੇ ਉੱਥੇ ਬੈਠੇ ਹੋਏ ਆ, ਅਸੀਂ ਉਹਨਾਂ ਦੀ ਸਪੋਰਟ ਵੀ ਕਰਦੇ ਹਾਂ ਜਿੰਨੇ ਜੋਗੇ ਹੈਗੇ ਆ। ਆਰਥਿਕ ਤੌਰ ਤੇ ਕਰੀਏ, ਜਾ ਕੇ ਕਰੀਏ, ਲੋਕਾਂ ਨੂੰ ਪ੍ਰੇਰਨਾ ਦੇ ਕੇ ਕਰੀਏ, ਅਸੀਂ ਸਭ ਕੁਝ ਕਰ ਰਹੇ ਹਾਂ ਜਿੰਨੇ ਜੋਗੇ ਹੈਗੇ ਆ। ਕਿਸਾਨਾਂ ਦੀ ਸਪੋਰਟ ਵੈਸੇ ਵੀ ਡੈਮੋਕ੍ਰੇਟਿਕ ਅਕਾਲੀ ਦਲ ਜਿਹੜਾ ਉਹ ਬੜੀ ਰੀਝ ਨਾਲ ਤੇ ਨਿਸਪਸ਼ਟਤਾ ਨਾਲ ਢੀਂਡਸਾ ਸਾਹਿਬ ਵੀ ਤੇ ਬਾਕੀ ਵੀ ਸਾਰੀ ਪਾਰਟੀ ਜਿਹੜੀ ਆ ਉਹ ਕਰ ਰਹੀ ਹੈ। ਦੂਜੀ ਗੱਲ ਜਿਹੜੀ ਹੈ ਕਿ ਇਹ 328 ਪਾਵਨ ਸਰੂਪਾਂ ਦੀ ਅਸਲ ਵਿੱਚ ਜਿਹੜਾ ਇਹਨਾਂ ਦੀ ਜਿਹੜਾ ਬੇਸ ਹੈ, ਜਿਹੜਾ ਇਹਦਾ ਮੁੱਢ ਹੈ, ਉਹ ਹੈਗਾ ਹੈ ਗੁਰੂ ਗ੍ਰੰਥ ਸਾਹਿਬ ਦੇ ਉਹ ਜਿਹੜੇ ਸਰੂਪ ਦੀ ਬੇਅਦਬੀਆਂ ਹੋਈਆਂ ਨੇ ਉਸ ਸਮੇਂ 'ਚ 15 ਵਿੱਚ। ਉਹਨਾਂ ਵਿੱਚ ਸਰਕਾਰਾਂ ਨੇ ਕੋਈ ਰੋਲ ਅਦਾ ਸਹੀ ਨਹੀਂ ਕੀਤਾ। 8 ਵਾਰੀ ਚਲਾਨ ਜਿਹੜਾ ਹੈ ਉਹ ਅਦਾਲਤ ਵਿੱਚ ਪੇਸ਼ ਕੀਤਾ ਹੈ ਪੁਲਿਸ ਵਾਲਿਆਂ ਨੇ, ਜਿਹੜਾ ਉਹ ਉੱਥੋਂ ਦਾ ਫਰੀਦਕੋਟ ਵਾਲਾ ਕੇਸ ਹੈ, ਤੇ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰ ਜਾਣਬੁੱਝ ਕੇ ਜਾਂ ਸਰਕਾਰ ਦੇ ਅਫਸਰ ਜਾਂ ਇਹਨਾਂ ਦੇ ਜਿਹੜੇ ਵਕੀਲ ਅਤੁਲ ਨੰਦਾ ਵਗੈਰਾ ਜਾਂ ਹੋਰ ਸਾਰੇ ਉਹ ਚੱਕ ਕੇ ਫਰੀਦਕੋਟ ਤੋਂ ਇਹਨੂੰ ਚੰਡੀਗੜ੍ਹ ਲਿਜਾਂਦੇ ਆ।
ਚੰਡੀਗੜ੍ਹ ਲਿਜਾਣ ਦਾ ਮਕਸਦ ਬੜਾ ਸਾਫ਼ ਹੈ ਕਿ ਉੱਥੇ ਲਿਜਾ ਕੇ ਇਹਨਾਂ ਦੀ ਬਾਰਗੇਨ ਜਿਹੜੀ ਹੈ ਉਹ ਬੜੀ ਸੌਖੀ ਹੋ ਜਾਂਦੀ ਹੈ। ਬੜੇ ਵਧੀਆ ਢੰਗ ਤਰੀਕੇ ਇਹਨਾਂ ਕੋਲ ਹੈਗੇ ਆ। ਇਹ ਕੇਸ ਜਿੱਥੇ ਦੀ ਘਟਨਾ ਹੈ ਇਹ ਉੱਥੇ ਚੱਲਣਾ ਚਾਹੀਦਾ। ਇਹ ਇੱਥੇ ਸਰਕਾਰਾਂ ਦੀ, ਚਾਹੇ ਉਹ ਕਾਂਗਰਸ ਸਰਕਾਰ ਹੈ, ਚਾਹੇ ਉਹ ਦਿੱਲੀ ਦੀ ਸਰਕਾਰ ਹੈ, ਚਾਹੇ ਉਹਦੇ 'ਚ ਬਾਦਲ ਕੇ ਹੈ ਜਿਹੜੇ ਉਸ ਸਮੇਂ ਸਰਕਾਰ ਵਿੱਚ ਸਨ, ਇਹ ਸਾਰਿਆਂ ਦੀ ਮਿਲੀ ਭੁਗਤ ਅਤੇ ਸਾਂਝੀ ਕਾਰਵਾਈ ਇਹਨਾਂ ਦੀ। ਇਹ 8 ਵਾਰੀ ਚਲਾਨ ਵੱਖਰੇ ਵੱਖਰੇ ਜਿਹੜੇ ਗਰੁੱਪਾਂ 'ਚ ਚਲਾਨ ਪੇਸ਼ ਹੋਇਆ ਉਹਦੇ 'ਤੇ ਇਹ ਕੰਮ ਨਹੀਂ ਕਰ ਰਹੇ। ਇਹ ਉਸ ਨੂੰ ਉਲਝਾਉਣਾ ਚਾਹੁੰਦੇ ਕੇਸ ਨੂੰ, ਤੇ ਇਹਨਾਂ ਤਨ ਪੱਤਨ ਲਾਇਆ ਨਹੀਂ। ਮੈਨੂੰ ਲੱਗਦਾ ਕਿ ਹੁਣ ਲੋਕ ਇਹਨਾਂ ਨੂੰ ਤਨ ਪੱਤਨ ਲਾ ਕੇ ਤੇ ਇਸ ਕੇਸ ਦਾ ਕੋਈ ਨਿਤਾਰਾ ਜ਼ਰੂਰ ਕਰਨਗੇ। ਤੁਸੀਂ 2015 ਬੇਅਦਬੀ ਮਾਮਲਿਆਂ ਦਾ ਜ਼ਿਕਰ ਕੀਤਾ ਔਰ ਇਸ ਦੇ ਨਾਲ ਹੀ ਜੁੜੀ ਹੋਈ ਇੱਕ ਹੋਰ ਜਿਹੜੀ ਅਪਡੇਟ ਆਈ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਤਿਆਰ ਹੈ। ਫੌਜਦਾਰੀ ਮੁਕੱਦਮਾ ਚਲਾਉਣ ਦੇ ਜਿਹੜੇ ਪੰਜਾਬ ਦੇ ਗ੍ਰਹਿ ਮੰਤਰਾਲੇ ਵੱਲੋਂ ਆਦੇਸ਼ ਨਹੀਂ ਦਿੱਤੇ ਗਏ ਨੇ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀਗਾ ਕਿ ਇੱਕ ਤਾਂ ਜਿਹੜਾ ਨਸ਼ਾ ਹੈ ਪੰਜਾਬ ਦੇ ਵਿੱਚ 4 ਹਫ਼ਤਿਆਂ 'ਚ ਘੱਟ ਕਰਿਆ ਜਾਏਗਾ, ਲੱਖ ਤੋੜਿਆ ਜਾਏਗਾ, ਤੇ ਦੂਜਾ ਜਿਹੜੀਆਂ ਸਿੱਖ ਪੰਥ ਦੇ ਨਾਲ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਦਾ ਸਤਿਕਾਰ ਕਰਦੇ ਹੋਏ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਪਿੱਛੇ ਸੁੱਟਿਆ ਜਾਏਗਾ। ਪਰ 4 ਸਾਲ ਬੀਤਣ ਤੋਂ ਬਾਅਦ ਵੀ ਹਲੇ ਸਿਰਫ ਮੁਕੱਦਮੇ ਚਲਾਉਣ ਦੇ ਜਿਹੜੇ ਟਰਾਇਲ ਨੇ ਉਹੀ ਦਿੱਤੇ ਜਾ ਰਹੇ। ਦੇਖੋ, ਮੈਂ ਉਹੀ ਕਹਿ ਰਿਹਾ ਨਾ ਕਿ ਕਾਂਗਰਸ ਤੇ ਬਾਦਲ ਕੇ ਜਿਹੜੇ ਨੇ ਆਪਸ ਵਿੱਚ ਰਲੇ ਹੋਏ ਆ। ਸੁਮੇਧ ਸੈਣੀ ਵਿੱਚ ਜਾਂ ਹੋਰ ਅਫਸਰ ਜਿਹੜੇ ਨੇ ਉਹ ਇਹਨਾਂ ਦਾ ਤਾਲਮੇਲ ਦਾ ਇੱਕ ਸੂਤਰ ਨੇ। ਉਹ ਉਹਨਾਂ ਵੇਲੇ ਉਹਨਾਂ ਦਾ ਕੰਮ ਕਰਦੇ, ਇਹਨਾਂ ਵੇਲੇ ਇਹਨਾਂ ਦਾ ਕਰਦੇ ਆ। ਜਦੋਂ ਕੋਈ ਥੋੜ੍ਹੀ ਬਲੀਆਂ ਇਹਨਾਂ ਵਿੱਚ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਹੱਲ ਵੀ ਉਹ ਕਰਦੇ ਆ। ਇਹ ਸਾਰਾ ਕੁਝ ਇੱਕ ਤਾਣਾ ਬਾਣਾ ਜਿਹੜਾ ਉਲਝਿਆ ਪਿਆ। ਇਹਦਾ ਉਲਝਾ ਦਾ ਰਸਤਾ ਇਹੀ ਹੈ ਕਿ ਇਹਨਾਂ ਦੀ ਇੱਥੋਂ ਛੁੱਟੀ ਹੋਵੇ, ਧਾਰਮਿਕ ਤੌਰ 'ਤੇ ਵੀ ਤੇ ਰਾਜਨੀਤਿਕ ਤੌਰ 'ਤੇ ਵੀ। ਫਿਰ ਅਫਸਰਸ਼ਾਹੀ ਜਿਹੜੀ ਆ ਉਹ ਆਪਣੇ ਨਿਯਮ ਵਿੱਚ ਆ ਕੇ, ਮਰਜ਼ਾਦਾ ਵਿੱਚ ਆ ਕੇ ਤੇ ਉਹ ਸਰਕਾਰਾਂ ਚਲਾਉਣ, ਨਿਯਮ ਦੀ ਪਾਲਣਾ ਕਰਨ, ਸੰਵਿਧਾਨ ਦੀ ਪਾਲਣਾ ਕਰਨ। ਸੰਵਿਧਾਨ ਤੋੜਿਆ ਜਾ ਰਿਹਾ, ਇਹ ਇੱਕ ਬੜੀ ਦੁਖਦਾਈ ਗੱਲ ਹੈ। ਦੂਸਰੀ ਗੱਲ, 328 ਸਰੂਪ ਜਿਹੜੇ ਆ ਇਹ 16 ਦੀ ਘਟਨਾ ਹੈ ਤੇ ਜਾ ਕੇ ਇਹ 20 ਦੇ ਵਿੱਚ ਲੋਕਾਂ ਵਿੱਚ ਜਾਵੇ। ਇੰਨਾ ਸਮਾਂ ਇਸ ਨੂੰ ਲੁਕਾ ਕੇ ਰੱਖਿਆ ਜਾਵੇ। ਸਭ ਤੋਂ ਵੱਡਾ ਗੁਨਾਹ ਤੇ ਪਾਪ ਸ਼੍ਰੋਮਣੀ ਕਮੇਟੀ ਤੇ ਬਾਦਲ ਕਿਆਂ ਨੇ ਇਹ ਕੀਤਾ। ਦੂਜਾ, ਸਰਕਾਰਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਸਰਕਾਰਾਂ ਦੇ ਜਿਹੜੇ ਬੰਦੇ ਕੰਮ ਕਰਦੇ ਨੇ ਕਿ ਉਹ ਇੰਨਾ ਸਮਾਂ ਇਹੋ ਜਿਹੀ ਵੱਡੀ ਘਟਨਾ ਨੂੰ ਉਹ ਕਿਉਂ ਨਾ ਸਾਹਮਣੇ ਲਿਆ ਸਕੇ। ਇਹ ਦੋਸ਼ੀ ਉਹ ਵੀ ਨੇ। ਸੋ ਇਹ ਸਾਰਾ ਕੁਝ ਜਿਹੜਾ ਰਲ ਮਿਲ ਕੇ ਕਰਦੇ ਆ। 328 ਸਰੂਪ ਤਾਂ ਆਪਾਂ ਸਾਹਮਣੇ ਆ ਗਏ ਜਿਹੜੇ ਇਹ ਕਹਿ ਰਹੇ ਆ। ਵਾਸਤਵ ਵਿੱਚ ਇਹਦੀ ਜੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਇਸ ਤੋਂ ਬਹੁਤ ਵੱਡਾ ਇਹ ਕੇਸ ਹੈ, ਬਹੁਤ ਵੱਡਾ। ਇਹਦੇ ਪਿੱਛੇ ਇੱਕ ਕਾਲਾ ਮਾਲਾ ਹੋ ਰਿਹਾ ਤੇ ਇਹਦੇ ਵਾਸਤੇ ਰਸਤਾ ਇਹੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿਹੜੀ ਹੈ ਉਹ ਕਰਾਈ ਜਾਵੇ। ਉਹ ਵੀ 10-10 ਸਾਲ 15-15 ਸਾਲ ਇਲੈਕਸ਼ਨ ਹੋਣ ਨਹੀਂ ਦਿੰਦੇ ਰਲ ਮਿਲ ਕੇ। ਇਹ ਲੋਕਾਂ ਦੇ ਨਾਲ, ਸੰਵਿਧਾਨ ਦੇ ਨਾਲ, ਕਾਨੂੰਨ ਦੇ ਨਾਲ, ਵੱਖ-ਵੱਖ ਸਮਾਜ ਨਾਲ, ਖਾਸ ਤੌਰ 'ਤੇ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਜ਼ੁਲਮ ਤੇ ਧੱਕਾ ਹੋ ਰਿਹਾ ਇਹਨਾਂ ਵਿੱਚੋਂ। ਇਹਦਾ ਹੱਲ ਜਿਹੜਾ ਇਹ ਨਿਕਲਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਇਲੈਕਸ਼ਨ ਹੋਣੀ ਚਾਹੀਦੀ ਹੈ। ਐਸਜੀਪੀਸੀ ਦੇ ਜਿਹੜੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ, ਜਦੋਂ ਇਹ ਮਾਮਲਾ ਉਜਾਗਰ ਹੁੰਦਾ 328 ਪਾਵਨ ਸਰੂਪਾਂ ਵਾਲਾ, ਉਹ ਸਵਾਲਾਂ ਦੇ ਘੇਰੇ 'ਚ ਆਉਂਦੇ ਨੇ। ਉਹਨਾਂ ਨੂੰ ਤਨਖਾਹ ਵੀ ਲਗਾਈ ਜਾਂਦੀ ਹੈ, ਪਰ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਹੀ ਜਿਹੜੀ ਐਸਜੀਪੀਸੀ ਦੀ ਗੱਦੀ ਤੇ ਬਿਠਾ ਦਿੱਤਾ ਜਾਂਦਾ ਹੈ, ਪ੍ਰਧਾਨ ਲਗਾ ਦਿੱਤਾ ਜਾਂਦਾ ਹੈ। ਉਹਨਾਂ ਦੀ ਸਟੇਟਮੈਂਟ ਸੁਣੀ ਹੈ ਮੈਂ ਬੀਬੀ ਜਗੀਰ ਕੌਰ ਦੀ। ਉਹ ਕਹਿੰਦੇ ਨੇ ਕਿ 328 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੈ ਉਜਾਗਰ ਹੋਇਆ ਹੈ, ਜਾਂਚ ਇਸ ਦੇ ਵਿੱਚ ਪੂਰੀ ਹੋਏਗੀ। ਮੇਰੀ ਅਗਵਾਈ ਦੇ ਵਿੱਚ ਜੋ ਇਹਦੇ ਵਿੱਚ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਵੀ ਮਿਲਣਗੀਆਂ ਔਰ ਜਾਂਚ ਵੀ ਜਿਹੜੀ ਅਸੀਂ ਮੁਕੰਮਲ ਕਰਾਂਗੇ। ਉਹ ਇੱਦਾਂ ਹੀ ਹੁੰਦਾ ਜੀ। ਅਸਲ 'ਚ ਸ਼੍ਰੋਮਣੀ ਕਮੇਟੀ ਖੁਦ ਜ਼ਿੰਮੇਵਾਰ ਹੈ। ਇਹਦੇ 'ਚ ਆਪਾਂ ਕਹੀਏ ਲੌਂਗੋਵਾਲ ਇੱਥੇ ਕੋਈ ਬੀਬੀ ਆ ਗਈ ਹੈ ਜਾਂ ਕੋਈ ਹੋਰ ਕੱਲ੍ਹ ਨੂੰ ਆ ਜਾਵੇ, ਸਵਾਲ ਇਹ ਬੰਦੇ ਸਾਰੇ ਇੱਕੋ ਹੀ ਗਰੁੱਪ ਹੈ, ਇੱਕੋ ਹੀ ਇਹਨਾਂ ਦਾ ਬਾਦਲ ਲੀਡਰ ਹੈ, ਇੱਕੋ ਹੀ ਗਰੁੱਪ ਨੇ ਗਲਤੀਆਂ ਕੀਤੀਆਂ ਨੇ। ਉਹਨਾਂ ਤੋਂ ਕਿਸੇ ਤੋਂ ਨਿਆਂ ਦੀ ਕੋਈ ਆਸ ਨਹੀਂ ਹੈਗੀ। ਬੀਬੀ ਜੀ ਵੀ ਕਹਿ ਰਹੇ ਨੇ ਉਹਨਾਂ ਤੋਂ ਵੀ ਕੋਈ ਆਸ ਨਹੀਂ ਹੈਗੀ। ਸਵਾਲ ਅਸਲ 'ਚ ਇਹ ਆ ਕਿ ਸ਼੍ਰੋਮਣੀ ਕਮੇਟੀ 'ਚ ਬਦਲਾਵ ਆਵੇ। ਬਦਲਾਵ ਆ ਕੇ ਨਵੀਂ ਕਮੇਟੀ ਜਿਹੜੀ ਆ ਉਹ ਪੂਰੀ ਬਰੀਕੀ ਦੇ ਨਾਲ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਬਣਾ ਕੇ ਕੋਈ ਪੂਰੀ ਇੱਕ ਕਮੇਟੀ ਇੱਕ ਚੀਜ਼ ਦੀ ਨਿਖਾਰ ਲਿਆ ਕੇ ਤੇ ਚਾਹੇ ਕੋਈ ਵੀ ਹੋਵੇ, ਜਿਹੜਾ ਵੀ ਦੋਸ਼ੀ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ 'ਚ ਹੋਵੇ, ਅਕਾਲੀ ਦਲ 'ਚ ਹੋਵੇ ਜਾਂ ਕੋਈ ਹੋਰ ਹੋਵੇ, ਜਿਹੜਾ ਵੀ ਅਧਿਕਾਰੀ ਹੈ ਉਹਨੂੰ ਫੜ ਕੇ ਤੇ ਕਾਨੂੰਨ ਦੇ ਸਕੰਜੇ 'ਚ ਦਿੱਤਾ ਜਾਵੇ, ਤਾਂ ਕਿ ਅੱਗੇ ਤੋਂ ਕੋਈ ਕਿਸੇ ਵੀ ਧਰਮ ਗ੍ਰੰਥ ਦੀ, ਗੁਰੂ ਗ੍ਰੰਥ ਸਾਹਿਬ ਦੀ ਜਾਂ ਕਿਸੇ ਹੋਰ ਧਰਮਾਂ ਦੇ ਧਰਮ ਗ੍ਰੰਥ ਜਿਹੜੇ ਆ ਉਹਨਾਂ ਦੀ ਬੇਅਦਬੀ ਜਾਂ ਇੱਦਾਂ ਦੇ ਪਾਪ ਨਾ ਹੋਣ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਪਰ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਬਚਦੀਆਂ ਨੇ।
ਤੇ ਹੁਣ ਕਿਸਾਨੀ ਅੰਦੋਲਨ ਦੀ ਇੱਕ ਵਾਰ ਫਿਰ ਤੋਂ ਗੱਲ ਕਰ ਲੈਂਦੇ ਹਾਂ। ਜਿਸ ਮੁਕਾਮ ਤੇ ਕਿਸਾਨੀ ਅੰਦੋਲਨ ਪਹੁੰਚ ਚੁੱਕਿਆ ਹੈ, ਸਰਕਾਰ ਦੇ ਵੱਲੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਬੈਰੀਕੇਟਿੰਗਸ ਕੀਤੀਆਂ ਜਾ ਰਹੀਆਂ ਨੇ। ਜੇ ਚਾਈਨਾ ਬਾਰਡਰ ਵੇਖੀਏ ਤਾਂ ਇੰਨੀ ਸਖਤਾਈ ਚਾਈਨਾ ਬਾਰਡਰ ਤੇ ਨਹੀਂ ਹੈ। ਜੇ ਇੰਡੀਆ ਦਾ ਬਾਰਡਰ ਵੇਖੀਏ, ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਵੇਖੀਏ, ਇੰਨੀ ਸਖਤਾਈ ਉਸ ਬਾਰਡਰਸ ਤੇ ਵੀ ਨਹੀਂ ਹੈ ਜਿੰਨੀ ਸਖਤਾਈ ਆਪਣੇ ਹੀ ਲੋਕਾਂ ਨੂੰ, ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ। ਕਿਤੇ ਕਿਸਾਨਾਂ ਦੇ ਰਸਤੇ ਵਿੱਚ ਕਿੱਲ ਵਿਛਾਏ ਜਾ ਰਹੇ ਨੇ, ਕਿਤੇ ਕੰਕਰੀਟ ਦੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ। 8-8 ਪਰਤਾਂ ਜਿਹੜੀਆਂ ਬੈਰੀਕੇਡਿੰਗ ਦੀਆਂ ਵਿਛਾਈਆਂ ਜਾ ਰਹੀਆਂ ਨੇ, ਕਿਸ ਤੋਂ ਖਤਰਾ ਹੈ ਭਾਰਤ ਸਰਕਾਰ ਨੂੰ? ਅਸਲ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਚੀਨ ਤੋਂ ਤੇ ਪਾਕਿਸਤਾਨ ਤੋਂ ਖਤਰਾ ਨਹੀਂ ਇਸ ਦੇਸ਼ ਨੂੰ। ਨਾ ਚੀਨ ਦੀ ਜ਼ਰੂਰਤ ਹੈ ਕੋਈ ਪਹਾੜੀਆਂ ਟੱਪ ਕੇ ਆ ਜਾਵੇ। ਜਿੰਨਾ ਚਿਰ ਸਿੱਖ ਖੜਾ ਉੱਥੇ, ਨੌਜਵਾਨ ਤੇ ਕਿਸਾਨ ਖੜਾ ਹੈ ਇਸ ਧਰਤੀ ਤੇ, ਕਿਹੜਾ ਲੰਘ ਜਾਏਗਾ ਅੱਗੇ? ਉਹਨਾਂ ਵਾਲੇ ਪਾਸੋਂ ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਅਸੀਂ ਬੜੇ ਕਹਿੰਦੇ ਹਾਂ ਬੇਖੌਫ ਹੋ ਜਾਓ। ਜਿੰਨਾ ਚਿਰ ਪੰਜਾਬ ਜਿੰਦਾ, ਜਿੰਨਾ ਚਿਰ ਸਿੱਖ ਜਿੰਦਾ, ਨਾ ਇੱਥੇ ਪਾਕਿਸਤਾਨ ਵੜੇਗਾ, ਨਾ ਇੱਥੇ ਚੀਨ ਵੜੇਗਾ। ਜੇ ਖਤਰਾ ਤੇ ਕਾਲੇ ਅੰਗਰੇਜ਼ ਤੋਂ ਖਤਰਾ ਹੈ, ਜਿਹਨੂੰ ਅੰਗਰੇਜ਼ ਜਾਂਦਿਆਂ ਆਪਣੀ ਇਹ ਜਿਹੜੀ ਛਟੀ ਸੀ ਫੜਾ ਗਿਆ ਵੀ ਇਹ ਛਟੀ ਨਾਲ ਅਸੀਂ ਕੁੱਟਿਆ ਲੋਕਾਂ ਨੂੰ, ਇਹ ਛਟੀ ਨਾਲ ਹੁਣ ਤੁਸੀਂ ਕੁੱਟ ਕੇ ਰੱਖਣਾ। ਉਹ ਛਟੀ ਤੋੜਨ ਦੀ ਲੋੜ ਹੈ। ਅਸ ਸਾਡੇ ਜਿਉਂਦੇ ਜੀਏ ਜਿਹੜੇ ਮੁਲਕ ਮਲਕ ਨੇ, ਕੁਛ ਨਹੀਂ ਇਹਨਾਂ ਦੀ, ਕੋਈ ਕੁਛ ਨਹੀਂ ਆਏਗਾ, ਇਹ ਨਹੀਂ ਹੋਏਗਾ। ਭੁੱਲ ਜਾਣ, ਕੋਈ ਬਾਰਡਰ ਤੇ ਕਿਸੇ ਤੇ ਕੋਈ ਖਤਰਾ ਨਹੀਂ ਹੈਗਾ। ਸਭ ਇਹ ਆਪ ਹੀ ਰੌਲੇ ਰੱਪੇ ਜੇ ਪਾਉਂਦੇ ਨੇ ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ ਵੋਟਾਂ ਵਾਟਾਂ ਵਾਸਤੇ। ਕੋਈ ਹੋਰ ਗੱਲ ਨਹੀਂ ਹੈਗੀ ਬਹੁਤੀ। ਜੇ ਉਹਨਾਂ ਕਰਕੇ ਵੇਖਿਆ ਹੀ ਅੱਗੇ ਤੇ ਉਹਨਾਂ ਨੂੰ 71 'ਚ ਸਵਾਦ ਮਿਲਿਆ, ਹੋਰ ਵੀ ਕੋਈ ਕਰੇਗਾ ਉਹਨੂੰ ਵੀ ਸਵਾਦ ਮਿਲ ਜਾਏਗਾ। ਸਵਾਲ ਇਹ ਆ ਕਿ ਇਹ ਜਿੰਨਾ ਲਾਣਾ ਹਿੰਦੁਸਤਾਨ 'ਚ ਰਾਜਨੀਤਿਕ ਲਾਣਾ ਹੈ, ਇਹ ਕੋਈ 2-3 ਹਜ਼ਾਰ ਬੰਦਾ ਹੈ ਤੇ 500 ਬੰਦਾ ਇਹਨਾਂ ਦੇ ਨਾਲ ਵੱਡੇ ਵਪਾਰੀ ਜਿਹੜੇ ਨੇ, ਆ ਬਿਰਲੇ, ਟਾਟਾ, ਦੂਜੇ ਆ ਜਿਹੜੇ ਅੰਬਾਨੀ, ਅਡਾਨੀ ਵਗੈਰਾ ਦੇ ਆ, ਇਹ ਕੋਈ 2-2.5 ਹਜ਼ਾਰ ਬੰਦੇ ਤੋਂ ਜੇ ਹਿੰਦੁਸਤਾਨ ਦੇ ਲੋਕ ਖਹਿੜਾ ਛਡਾ ਜਾਣ ਨਾ ਕਿਸੇ ਢੰਗ ਨਾਲ, ਇਹਨਾਂ ਨੂੰ ਦਫਾ ਕਰ ਦੇਣ ਵੀ ਤੁਸੀਂ ਦਫਾ ਹੋਵੋ, ਸਾਨੂੰ ਕਾਨੂੰਨ ਨੂੰ ਤੁਸੀਂ ਪਾਓ ਭੰਨ ਲਿਆ। ਤੁਸੀਂ ਦੇਖੋ 300 ਤੋਂ ਉੱਪਰ ਵਾਰੀ ਤਾਂ ਇਹ ਕਾਨੂੰਨ ਦੇ ਸੋਧ ਕਰ ਚੁੱਕੇ ਆ। ਜਿਹੜੇ ਲੋਕ ਕਾਨੂੰਨ ਦਾ ਲਿਹਾਜ਼ ਨਹੀਂ ਕਰਦੇ, ਕਾਨੂੰਨ ਨੂੰ ਹੀ ਭੰਨੀ ਤੋੜੀ ਜਾਂਦੇ ਆ, ਉਹ ਲੋਕ ਦੇਸ਼ ਦਾ ਕੀ ਸਵਾਰਨਗੇ? ਲੁਕਾਈ ਦਾ ਕੀ ਸਵਾਰਨਗੇ? ਕੁਛ ਨਹੀਂ ਸਵਾਰਨਗੇ। ਇਹਨਾਂ ਨੂੰ 5 ਕਾਨੂੰਨ ਹੋਰ ਬਣਾਉਣੇ ਪੈਣੇ, ਉਹ ਬਣਾ ਲੈਣਗੇ। ਇਹਨਾਂ ਨੂੰ ਉੱਥੇ ਤੁਸੀਂ ਬੈਰੀਕੇਡ ਕਹਿ ਰਹੇ ਹੋ, ਇਹਨਾਂ ਨੂੰ ਲੋੜ ਪਵੇ ਕਿ ਕੋਈ 10-20 ਲੱਖ ਬੰਦਾ ਮਾਰਨਾ ਤੇ ਮਾਰ ਦੇਣਗੇ। ਇਹ ਲੋਕ ਬੇਈਮਾਨ ਬੰਦੇ ਨੇ। ਇਹਨਾਂ ਦੇ ਕੋਲੋਂ ਲੋਕਾਂ ਦਾ ਖਹਿੜਾ ਛਡਾਉਣਾ ਬੜਾ ਔਖਾ ਹੈ ਤੇ ਬੜਾ ਕਠਿਨ ਹੈ। ਅਸੀਂ ਨਹੀਂ ਸਮਝਦੇ ਕਿ ਐਡਾ ਸੌਖਾ ਖਹਿੜਾ ਛੁੱਟ ਜਾਊਗਾ, ਪਰ ਇਹ ਖਹਿੜਾ ਜਿਹੜਾ ਹੈ ਇਹ ਵੋਟ ਸਿਸਟਮ ਰਾਹੀਂ ਛੁੱਟ ਸਕਦਾ ਹੈ। ਅੰਗਰੇਜ਼ ਨੇ ਇਸ ਚੱਕਰ 'ਚ ਪਾ ਦਿੱਤਾ ਸੰਸਾਰ, ਦੁਨੀਆ ਸਾਰੀ ਨੂੰ। ਤੋ ਇਹ ਵੋਟ ਜਿਹੜੀ ਆ ਉਹ ਲੋਕ ਇੱਕ ਵੱਧ ਫੈਸਲਾ ਕਰਨ ਕਿ ਜਿਨ੍ਹਾਂ ਪੁਰਾਣੇ ਕੋਈ MLA MP ਦੂਜੇ ਤੀਜੇ ਜਿਹੜੇ ਇਹੋ ਜਿਹੇ ਬਣ ਚੁੱਕੇ ਨੇ, ਹੁਣ ਇਹਨਾਂ ਦੀ ਫਤਿਹ ਬੁਲਾਈ। ਹੁਣ ਨਵਾਂ ਆ ਜਾਵੇ, ਉਹ ਫਿਰ ਵੇਖ ਲਾਂਗੇ। ਜੇ ਨਵਾਂ ਆਊਗਾ ਗਲਤ ਕਰੂਗਾ ਫਿਰ ਉਹ ਵੀ ਲੋਕ ਬਦਲ ਲੈਣਗੇ। ਇੱਕ ਵਾਰੀ ਇਹ ਸਾਰਾ ਸਿਸਟਮ ਬਦਲਣਾ ਪੈਣਾ ਹੈ, ਹੋਰ ਕੋਈ ਰਾਹ ਨਹੀਂ ਹੈਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਧਾਰਮਿਕ ਵਿੰਗ ਦੇ ਆਗੂ ਨੇ, ਜਿਨ੍ਹਾਂ ਦੇ ਨਾਲ ਅਸੀਂ ਧਾਰਮਿਕ ਮਸਲਿਆਂ ਦੇ ਨਾਲ ਕਿਸਾਨੀ ਅੰਦੋਲਨ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਕਿਵੇਂ ਕਿਸਾਨੀ ਅੰਦੋਲਨ ਨੂੰ ਧਾਰਮਿਕ ਰੰਗਤ ਦੇ ਕੇ ਸਿੱਖ ਭਾਈਚਾਰੇ ਦੀ ਜਿਹੜੀ ਛਵੀ ਹੈ ਉਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਲੰਗਰ ਦੀਆਂ ਸੇਵਾਵਾਂ ਤੱਕ ਨਿਭਾਉਣ ਵਾਲੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਨੋਟਿਸ ਨੇ ਉਹ ਜਾਰੀ ਕੀਤੇ ਗਏ ਨੇ। ਵਾਕਈ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਦੀਆਂ ਚਾਲਾਂ ਨੇ ਲਗਾਤਾਰ ਆਪਣੇ ਵੱਲੋਂ ਚੱਲੀਆਂ ਜਾ ਰਹੀਆਂ ਨੇ। ਹੁਣ ਵੇਖਣਾ ਇਹ ਹੋਏਗਾ ਕਿ ਕਿਸਾਨੀ ਸੰਘਰਸ਼ ਦੀ ਜਿਹੜੀ ਗੂੰਜ ਹੈ ਕਿੱਥੇ ਤੱਕ ਪਹੁੰਚਦੀ ਹੈ, ਕਿੱਥੇ ਜਾ ਕੇ ਇਸ ਅੰਦੋਲਨ ਦਾ ਅੰਜਾਮ ਹੋਵੇਗਾ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।